ਜੀ ਆਇਆਂ ਨੂੰ ਖੁਸ਼ਾਮਦੀਦ। ਪਸ਼ੂ ਪਾਲਕਾਂ ਦੇ ਸਵਾਲਾਂ ਨਾਲ ਜੁੜਿਆ, ਪਸ਼ੂਆਂ ਨਾਲ ਜੁੜੀ ਹਰ ਪੱਖੋਂ ਜਾਣਕਾਰੀ ਦਿੰਦਾ ਪੀਟੀਸੀ ਨਿਊਜ਼ ਦਾ ਖਾਸ ਉਪਰਾਲਾ ਅਸੀਸ ਡੇਅਰੀ ਫਾਰਮ ਹੈਲਪਲਾਈਨ ਪਾਵਰਡ ਬਾय KSA स्ट्रॉ रीपर अ प्रोडक्ट ऑफ KS ग्रुप मलेरकोटला ਲੈ ਹਾਜ਼ਰ ਹਾਂ ਮੈਂ। ਤੇ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ ਹੈ 8699037369, ਇਸ ਉੱਤੇ ਤੁਸੀਂ ਮਿਸਡ ਕਾਲ ਕਰਦੇ ਹੋ ਜਾਂ WhatsApp ਕਰਦੇ ਹੋ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ ਅਤੇ ਡੇਅਰੀ ਫਾਰਮਿੰਗ ਨਾਲ ਜੁੜੇ ਤੁਹਾਡੇ ਸਵਾਲ ਜਾਣਦੀ ਹੈ। ਤੇ ਅੱਜ ਦਾ ਸਾਡਾ ਵਿਸ਼ਾ ਹੈ ਪਸ਼ੂਆਂ ਵਿੱਚ ਥਨੈਲਾ ਰੋਗ ਅਤੇ ਲੰਗੜਾਪਨ, ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਅਸੀਸ ਤੋਂ ਮਾਹਿਰ ਨੇ ਡਾਕਟਰ ਲਖਵੀਰ ਸਿੰਘ। ਡਾਕਟਰ ਸਾਹਿਬ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਪਹਿਲੇ ਤਾਂ ਜਿਵੇਂ ਮੈਂ ਅੱਜ ਦਾ ਜਿਹੜਾ ਟੌਪਿਕ ਹੈ ਉਹ ਇੰਟਰੋਡਿਊਸ ਕੀਤਾ ਅਤੇ ਪਹਿਲਾ ਸਵਾਲ ਤਾਂ ਇਹੀ ਹੈ ਜੋ ਮੇਰੇ ਮਨ ਵਿੱਚ ਆ ਰਿਹਾ ਕਿ ਇਹ ਜੋ ਥਨੈਲਾ ਰੋਗ ਹੈ ਇਹ ਹੁੰਦਾ ਕੀ ਹੈ, ਕੀ ਇਸ ਦੇ ਕਾਰਨ ਰਹਿੰਦੇ ਨੇ? ਬਿਲਕੁਲ ਨਿਖਿਲ ਜੀ, ਇਹ ਜੋ ਥਨੈਲਾ ਰੋਗ ਔਰ ਲੰਗੜਾਪਨ ਹੈ ਇਹ ਡੇਅਰੀ ਫਾਰਮਿੰਗ ਨਾਲ ਜੁੜੀਆਂ ਦੋ ਬਹੁਤ ਮਹੱਤਵਪੂਰਨ ਬਿਮਾਰੀਆਂ ਨੇ। ਇਹਨਾਂ ਬਿਮਾਰੀਆਂ ਦੇ ਕਰਕੇ ਫਾਰਮਰ ਦਾ ਕਾਫੀ ਆਰਥਿਕ ਨੁਕਸਾਨ ਹੁੰਦਾ। ਕਈ ਵਾਰ ਇਹ ਦੋਨੋਂ ਬਿਮਾਰੀਆਂ ਪਸ਼ੂਆਂ ਦੇ ਵਿੱਚ ਪਰਮਾਨੈਂਟ ਦਿੱਕਤ ਵੀ ਕਰ ਜਾਂਦੀਆਂ, ਪਸ਼ੂ ਨੂੰ ਬਿਲਕੁਲ ਨਕਾਰਾ ਕਰ ਦਿੰਦੀਆਂ। ਜੇ ਗੱਲ ਕਰੀਏ ਮਸਟਾਈਟਸ ਦੀ, ਤਾਂ ਮਸਟਾਈਟਸ ਦਾ ਮਤਲਬ ਆ ਪਸ਼ੂ ਦੇ ਚੱਡੇ ਦੇ ਵਿੱਚ ਕਿਸੇ ਵੀ ਕਾਰਨ ਕਰਕੇ ਸੋਜ ਆ ਜਾਣੀ, ਜਾਂ ਜਿਹੜਾ ਦੁੱਧ ਦਾ ਰੰਗ ਜਿਹੜਾ ਚੇਂਜ ਹੋ ਜਾਣਾ, ਦੁੱਧ ਦੇ ਵਿੱਚ ਬਲੱਡ ਆਉਣ ਲੱਗ ਜਾਣਾ, ਜਾਂ ਦੁੱਧ ਦੇ ਵਿੱਚ ਛਿੱਦੀ ਆਉਣੀ, ਜਾਂ ਦੁੱਧ ਦਾ ਰੰਗ ਬਿਲਕੁਲ ਪਾਣੀ ਵਰਗਾ ਹੋ ਜਾਣਾ। ਇਸ ਨੂੰ ਆਪਾਂ ਕਹਿੰਦੇ ਹਾਂ ਮਸਟਾਈਟਸ। ਜੇ ਇਸ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਕਾਰਨਾਂ ਵਿੱਚ ਸਭ ਤੋਂ ਵੱਡਾ ਕਾਰਨ ਹੈ ਇਨਫੈਕਸ਼ਨ। ਜੋ ਇਨਫੈਕਸ਼ਨ ਹੈ ਉਹ ਕਿਸੇ ਵੀ ਸੋਰਸ ਤੋਂ ਹੋ ਸਕਦੀ ਹੈ, ਜਿਸ ਤਰ੍ਹਾਂ ਬੈਕਟੀਰੀਅਲ ਇਨਫੈਕਸ਼ਨ ਹੋ ਸਕਦੀ ਹੈ, ਵਾਇਰਲ ਹੋ ਸਕਦੀ ਹੈ, ਜਾਂ ਫੰਗਲ ਮਸਟਾਈਟਸ ਹੋ ਸਕਦਾ। ਇਸ ਤੋਂ ਇਲਾਵਾ ਜੋ ਪਸ਼ੂ ਦਾ ਆਪਾਂ ਰੱਖ ਰਖਾਵ ਕਿੱਦਾਂ ਕਰ ਰਹੇ ਹਾਂ, ਉਸ ਨੂੰ ਕਿਹੋ ਜਿਹਾ ਮਾਹੌਲ 'ਚ ਰੱਖ ਰਹੇ ਹਾਂ, ਇਹ ਵੀ ਇੱਕ ਕਾਰਨ ਬਣਦਾ। ਔਰ ਜੋ ਆਪਾਂ ਮਿਲਕਿੰਗ ਕਰਦੇ ਹਾਂ ਪਸ਼ੂ ਦੀ, ਉਹ ਮਿਲਕਿੰਗ ਦਾ ਆਪਣਾ ਸਟਾਈਲ ਕੀ ਹੈ, ਜਾਂ ਫਿਰ ਜਿਹੜੀ ਆਪਾਂ ਮਸ਼ੀਨ ਮਿਲਕਿੰਗ ਕਰਦੇ ਹਾਂ ਉਹ ਮਸ਼ੀਨ ਦੀ ਸਫਾਈ ਜਾਂ ਮਸ਼ੀਨ ਦਾ ਰੱਖ ਰਖਾਵ। ਅਤੇ ਜਿਹੜੀ ਇੱਕ ਹੋਰ ਜ਼ਰੂਰੀ ਗੱਲ ਹੈ ਉਹ ਜੋ ਆਪਾਂ ਪਸ਼ੂ ਨੂੰ TMR ਦਿੰਦੇ ਹਾਂ। TMR ਦਾ ਮਤਲਬ ਟੋਟਲ ਮਿਕਸ ਰਾਸ਼ਨ। ਆਪਾਂ 24 ਘੰਟੇ ਦੇ ਵਿੱਚ ਪਸ਼ੂ ਨੂੰ ਜੋ ਦਿੰਦੇ ਹਾਂ, ਜੇਕਰ ਉਹਦੇ ਵਿੱਚ ਉੱਲੀ ਦੀ ਮਾਤਰਾ ਜ਼ਿਆਦਾ ਹੈ, ਲੋੜ ਤੋਂ ਜ਼ਿਆਦਾ ਉੱਲੀ ਹਰ ਰੋਜ਼ ਡੇਲੀ ਜਾ ਰਹੀ ਹੈ ਪਸ਼ੂ ਨੂੰ, ਤਾਂ ਉਹ ਪਸ਼ੂ ਦੀ ਇਮਿਊਨਿਟੀ ਨੂੰ ਡਾਊਨ ਕਰਦੀ ਹੈ, ਜਿਸ ਕਰਕੇ ਮਸਟਾਈਟਸ ਦਾ ਬਾਰ-ਬਾਰ ਫਾਰਮ 'ਤੇ ਆਉਣਾ ਇਹ ਲਾਜ਼ਮੀ ਬਣ ਜਾਂਦਾ। ਇਹ ਸੁਭਾਵਿਕ ਆ ਕਿ ਉਸ ਫਾਰਮ 'ਤੇ ਮਸਟਾਈਟਸ ਬਾਰ-ਬਾਰ ਆਵੇਗਾ। ਡਾਕਟਰ ਸਾਹਿਬ, ਇਹ ਤਾਂ ਗੱਲ ਹੋਈ ਥਨੈਲਾ ਰੋਗ ਦੀ, ਅਤੇ ਹੁਣ ਕੁਝ ਲੰਗੜਾਪਨ ਬਾਰੇ ਵੀ ਦੱਸੋ। ਬਿਲਕੁਲ ਨਿਖਿਲ ਜੀ, ਲੰਗੜਾਪਨ ਦਾ ਮਤਲਬ ਹੈ ਪਸ਼ੂ ਦੇ ਖੁਰਾਂ ਦੇ ਵਿੱਚ ਕਿਸੇ ਵੀ ਕਾਰਨ ਕਰਕੇ ਸੋਜਿਸ਼ ਆ ਜਾਣੀ, ਉਹਨੂੰ ਆਪਾਂ ਲਿਮਨਾਈਟਿਸ ਬੋਲਦੇ ਹਾਂ। ਉਹ ਹੌਲੀ ਹੌਲੀ ਲੰਗੜਾਪਨ ਆਉਂਦਾ। ਉਹਦੇ ਕਾਰਨ ਬਹੁਤ ਸਾਰੇ ਹਨ, ਜਿਹਦੇ ਵਿੱਚੋਂ ਮੇਜਰ ਕਾਰਨ ਹੋ ਸਕਦਾ ਮਿਨਰਲ ਡੈਫੀਸ਼ੀਐਂਸੀ। ਇਸ ਤੋਂ ਇਲਾਵਾ ਪਸ਼ੂ ਦਾ ਰੱਖ ਰਖਾਵ ਆਪਾਂ ਕਿੱਦਾਂ ਕਰ ਰਹੇ ਹਾਂ, ਜਾਂ ਪਸ਼ੂ ਨੂੰ ਆਪਾਂ ਕਿਹੋ ਜਿਹੇ ਮਾਹੌਲ ਦਿੱਤਾ ਹੋਇਆ ਉਸ ਨੂੰ ਬੈਠਣ ਉੱਠਣ ਲਈ, ਇਹ ਸਾਰੇ ਕਾਰਨ ਮਿਲ ਕੇ ਇੱਕ ਲੰਗੜਾਪਨ ਹੋਣ ਦਾ ਕਾਰਨ ਬਣਦੇ ਆ। ਪਰ ਇੱਥੇ ਡਾਕਟਰ ਸਾਹਿਬ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਕਈ ਪਸ਼ੂ ਪਾਲਕ ਇਹ ਕਹਿੰਦੇ ਨੇ ਕਿ ਅਸੀਂ ਮਿਨਰਲ ਵੀ ਦਿੱਤਾ, ਪਰ ਉਸ ਦੇ ਬਾਵਜੂਦ ਵੀ ਲੰਗੜਾਪਨ ਜਾਂਦਾ ਨਹੀਂ। ਇਹਦਾ ਕੀ ਕਾਰਨ ਹੁਣ ਹੋ ਸਕਦਾ? ਬਿਲਕੁਲ ਨਿਖਿਲ ਜੀ, ਮੈਂ ਜਿੱਦਾਂ ਪਹਿਲਾਂ ਹੀ ਡਿਸਕਸ ਕੀਤਾ, ਮਿਨਰਲ ਇੱਕ ਕਾਰਨ ਹੁੰਦੇ ਆ, ਪਰ ਮਿਨਰਲ ਨੂੰ ਛੱਡ ਕੇ ਹੋਰ ਵੀ ਬਹੁਤ ਸਾਰੇ ਕਾਰਨ ਆ, ਜਿਸ ਵਿੱਚ ਮੇਜਰ ਕਾਰਨ ਆ ਜੇ ਉਹ ਆਪਾਂ ਐਨੀਮਲ ਨੂੰ ਖਾਣ ਪੀਣ ਨੂੰ ਹੋਰ ਕੀ ਦੇ ਰਹੇ ਆ। ਖਾਣ ਪੀਣ ਦੇ ਵਿੱਚ ਹੈ, ਜਿਸ ਤਰ੍ਹਾਂ ਆਪਾਂ ਜੇਕਰ ਕੰਸਨਟਰੇਟ ਡਾਈਟ ਜ਼ਿਆਦਾ ਦੇਵਾਂਗੇ, ਜਿਸ ਵਿੱਚ ਫੀਡ ਆ ਗਈ, ਜਾਂ ਘਰ ਦਾ ਕੋਈ ਦਾਣਾ ਜ਼ਿਆਦਾ ਦੇਵਾਂਗੇ, ਪੱਠਾ ਜਾਂ ਅਚਾਰ ਜਾਂ ਤੂੜੀ ਆਪਾਂ ਪਸ਼ੂ ਨੂੰ ਘੱਟ ਦੇਵਾਂਗੇ, ਇਹ ਵੀ ਇੱਕ ਕਾਰਨ ਬਣਦਾ ਐਸੀਡੋਸਿਸ ਹੋਣ ਦਾ। ਜਦ ਪਸ਼ੂ ਨੂੰ ਐਸੀਡੋਸਿਸ ਹੁੰਦੀ ਹੈ ਤਾਂ ਪਸ਼ੂ ਦੇ ਵਿੱਚ ਤੇਜ਼ਾਬੀਪਣ ਜ਼ਿਆਦਾ ਹੋ ਜਾਂਦਾ। ਜਿਵੇਂ ਤੇਜ਼ਾਬ ਜ਼ਿਆਦਾ ਬਣਦਾ ਅਤੇ ਲੈਕਟਿਕ ਐਸਿਡ ਪ੍ਰੋਡਿਊਸ ਹੁੰਦਾ ਬਾਡੀ ਦੇ ਵਿੱਚ। ਜਦੋਂ ਲੈਕਟਿਕ ਐਸਿਡ ਜ਼ਿਆਦਾ ਬਣਦਾ ਤਾਂ ਇੱਕ ਬਹੁਤ ਮੇਜਰ ਕਾਰਨ ਹੁੰਦਾ ਪਸ਼ੂਆਂ ਦੇ ਵਿੱਚ ਲੰਗੜਾਪਨ ਹੋਣ ਦਾ। ਇਸ ਤੋਂ ਇਲਾਵਾ ਜਿਹੜੀ ਪਸ਼ੂਆਂ ਦੀ ਗਰੁੱਪਿੰਗ ਹੈ, ਗਰੁੱਪਿੰਗ ਦੇ ਵਿੱਚ ਆਪਾਂ ਗੱਲ ਕਰੀਏ ਵੀ ਥੋੜ੍ਹੀ ਜਗ੍ਹਾ ਦੇ ਵਿੱਚ ਜ਼ਿਆਦਾ ਪਸ਼ੂ ਆਪਾਂ ਇਕੱਠੇ ਕਰ ਲਏ ਆ, ਪਸ਼ੂਆਂ ਨੂੰ ਰੈਸਟ ਜਾਂ ਪਸ਼ੂ ਨੂੰ ਜਿਹੜਾ ਹੈਗਾ ਉਹਨਾਂ ਨੂੰ ਸਾਫ਼ ਸੁਥਰਾ ਵਾਤਾਵਰਨ ਨਹੀਂ ਮਿਲ ਰਿਹਾ। ਜੇ ਆਪਾਂ ਨੋਰਮਲ ਗੱਲ ਕਰੀਏ ਤਾਂ ਇੱਕ ਪਸ਼ੂ ਨੂੰ ਲਗਭਗ 11 ਤੋਂ 12 ਘੰਟੇ ਰੈਸਟ ਚਾਹੀਦੀ ਹੈ 24 ਆਵਰ ਦੇ ਵਿੱਚ। ਜੇਕਰ ਜ਼ਿਆਦਾ ਪਸ਼ੂ ਇਕੱਠੇ ਕਰ ਲਾਂਗੇ ਤਾਂ ਪਸ਼ੂ ਨੂੰ ਜਿਹੜਾ ਹੈਗਾ ਪਸ਼ੂ ਜ਼ਿਆਦਾ ਦੇਰ ਖੜ੍ਹਾ ਰਹੂਗਾ। ਖੜ੍ਹਾ ਰਹਿਣ ਦੇ ਕਾਰਨ ਪਸ਼ੂ ਦੇ ਜਿਹੜੇ ਪੈਰਾਂ ਦੇ ਉੱਪਰ ਪ੍ਰੈਸ਼ਰ ਪਊਗਾ ਅਤੇ ਇਹ ਬਿਮਾਰੀ ਹੋਣ ਦੇ ਕਾਰਨ ਵੱਧ ਜਾਊਗਾ ਹੋਰ ਚਾਂਸਿਸ। ਇਸ ਤੋਂ ਇਲਾਵਾ ਜਿੱਥੇ ਪਸ਼ੂ ਆਪਣੀ ਖੁਰਲੀ ਦੇ ਨੇੜੇ ਖੜ੍ਹਾ ਹੈ, ਜਿੱਥੇ ਪਸ਼ੂ ਨੇ ਜ਼ਿਆਦਾ ਸਮਾਂ ਬਿਤਾਉਣਾ, ਜੇਕਰ ਉਹ ਜਗ੍ਹਾ ਗੰਦੀ ਰਹੇਗੀ ਜਾਂ ਉਹ ਜਗ੍ਹਾ ਜ਼ਿਆਦਾ ਦੇਰ ਲਈ ਗਿੱਲੀ ਰਹੇਗੀ ਤਾਂ ਇਹ ਵੀ ਕਿਤੇ ਨਾ ਕਿਤੇ ਜਾ ਕੇ ਲੇਮਨੈਸ ਹੋਣ ਦਾ ਕਾਰਨ ਬਣਦਾ ਜੀ। ਅਤੇ ਡਾਕਟਰ ਸਾਹਿਬ, ਜਦ ਬਿਮਾਰੀ ਹੁੰਦੀ ਹੈ ਤਾਂ ਫਿਰ ਆਰਥਿਕ ਨੁਕਸਾਨ ਵੀ ਹੋਣਾ ਲਾਜ਼ਮੀ ਜੀ ਗੱਲ ਹੈ। ਅਤੇ ਕੁੱਲ ਖਰਚ ਜੇ ਵੇਖੀਏ ਪਸ਼ੂ ਪਾਲਕਾਂ ਦਾ ਇਹਨਾਂ ਬਿਮਾਰੀਆਂ ਨੂੰ ਨਜਿੱਠਣ ਲਈ ਕਿੰਨਾ ਕੁ ਆ ਜਾਂਦਾ? ਜੀ ਬਿਲਕੁਲ ਨਿਖਿਲ ਜੀ, ਇਹਨਾਂ ਬਿਮਾਰੀਆਂ 'ਤੇ ਕਾਫੀ ਭਾਰੀ ਨੁਕਸਾਨ ਹੁੰਦਾ ਫਾਰਮਰ ਦਾ। ਜਿਸ ਤਰ੍ਹਾਂ ਗੱਲ ਕਰੀਏ ਆਪਾਂ ਮਸਟਾਈਟਸ ਦੀ, ਤਾਂ ਮਸਟਾਈਟਸ ਦੇ ਇਲਾਜ ਲਈ ਜੋ ਆਪਾਂ ਇੱਕ ਵਾਰ ਦਾ ਆਪਣੀ ਕੋਸਟ ਆਉਂਦੀ ਹੈ ਘੱਟ ਤੋਂ ਘੱਟ 3000 ਤੋਂ ਲੈ ਕੇ 5000 ਰੁਪਈਆ ਜੋ ਆਪਣਾ ਕੋਸਟ ਆ ਜਾਂਦੀ ਹੈ ਉਹਦੇ ਇਲਾਜ 'ਤੇ। ਇਸ ਤੋਂ ਇਲਾਵਾ ਜਿਹੜਾ ਪਸ਼ੂ ਦੁੱਧ ਘਟ ਗਿਆ
ਜਾਂ ਦੁੱਧ ਤੇ ਵਾਪਸ ਕਿੰਨੇ ਦਿਨਾਂ 'ਚ ਆਇਆ, ਜੇ ਝਟਕੇ ਸੌਦੇ ਨਾਲ ਸਿੱਧਾ ਜਿਹਾ ਮਿਲਾ ਕੇ ਦੇਖੀਏ ਤਾਂ ਲਗਭਗ 10 ਤੋਂ 15,000 ਰੁਪਈਆ ਇੱਕ ਵਾਰ ਜੇ ਮਸਟਾਈਟਸ ਹੁੰਦਾ ਤੇ ਫਾਰਮਰ ਦਾ ਨੁਕਸਾਨ ਹੋ ਜਾਂਦਾ। ਇਸ ਤੋਂ ਇਲਾਵਾ ਜੇ ਕਰੀਏ ਗੱਲ ਲੇਮਨੈਸ ਦੀ, ਲੰਗੜੇਪਨ ਦੀ, ਜੇ ਫਾਰਮਰ ਦਾ ਜਿਹੜਾ ਐਨੀਮਲ ਆ ਉਹਨੂੰ ਲਿਮਨਾਈਟਿਸ ਹੋ ਗਈ, ਜਿਹਨੂੰ ਆਪਾਂ ਕਹਿੰਦੇ ਆ ਪੱਕੇ ਤੌਰ ਤੇ ਪਸ਼ੂ ਲੇਮ ਹੋ ਗਿਆ, ਉਹ ਪਸ਼ੂ ਬਿਲਕੁਲ ਨਕਾਰਾ ਹੋ ਗਿਆ, ਉਹ ਆਪਣੇ ਕਿਸੇ ਕੰਮ ਦਾ ਹੀ ਨਹੀਂ ਰਿਹਾ ਫਾਰਮ ਤੇ, ਉਹ ਸਿਰਫ ਤੇ ਸਿਰਫ ਫਾਰਮ ਨੂੰ ਖਾਣ ਵਾਲਾ ਪਸ਼ੂ ਹੋ ਗਿਆ, ਕਿਉਂਕਿ ਨਾ ਉਸ ਪਸ਼ੂ ਨੇ ਦੁੱਧ ਦੇਣਾ, ਨਾ ਉਸ ਪਸ਼ੂ ਨੇ ਦੁਬਾਰਾ ਹੀਟ 'ਚ ਆਉਣਾ। ਇਸ ਲਈ ਉਹ ਆਪਣਾ ਜਿਹੜਾ ਨੁਕਸਾਨ ਆ, ਬਹੁਤ ਭਾਰੀ ਨੁਕਸਾਨ ਹੁੰਦੇ ਇਹਨਾਂ ਦੋਨਾਂ ਬਿਮਾਰੀਆਂ ਕਰਕੇ। ਤੇ ਡਾਕਟਰ ਸਾਹਿਬ, ਅੱਜ ਬਹੁਤ ਸਾਰੇ ਸਵਾਲ ਨੇ ਜੋ ਕਿਸਾਨ ਵੀਰਾਂ ਦੇ ਤੁਹਾਡੇ ਤੱਕ ਪਹੁੰਚਾਉਣੇ ਨੇ, ਉਹ ਸਵਾਲ ਵੀ ਅਸੀਂ ਪਹੁੰਚਾਵਾਂਗੇ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਹਨਾਂ ਬਿਮਾਰੀਆਂ ਨਾਲ ਜੁੜੀ ਹਰ ਜਾਣਕਾਰੀ ਤੁਹਾਨੂੰ ਮਿਲੇਗੀ ਬਸ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਤੇ ਅੱਜ ਦਾ ਸਾਡਾ ਵਿਸ਼ਾ ਹੈ ਪਸ਼ੂਆਂ ਵਿੱਚ ਥਨੈਲਾ ਰੋਗ ਅਤੇ ਲੰਗੜਾਪਨ, ਜਿਸ ਬਾਰੇ ਸਾਡੇ ਨਾਲ ਗੱਲ ਕਰ ਰਹੇ ਨੇ ਅਸੀਸ ਤੋਂ ਮਾਹਿਰ ਡਾਕਟਰ ਲਖਵੀਰ ਸਿੰਘ। ਤੇ ਡਾਕਟਰ ਸਾਹਿਬ, ਹੁਣ ਸਾਡੇ ਪਹਿਲੇ ਜਿਹੜੇ ਪਸ਼ੂ ਪਾਲਕ ਨੇ ਉਹ ਆਪਣੇ ਸਵਾਲ ਦੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਰਮਿੰਦਰ ਸਿੰਘ ਬੋਲ ਰਿਹਾ ਜੀ, ਪਿੰਡ ਮਨਸੂਰਵਾਲ ਕਲਾਂ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣਾ ਸਵਾਲ ਪੁੱਛੋ। ਡਾਕਟਰ ਸਾਹਿਬ, ਮੈਂ ਪੁੱਛਣਾ ਚਾਹੁੰਦਾ ਜੀ, ਜਿਹੜਾ ਪਸ਼ੂ ਦੇ ਮਸਟੈਟਸ ਤੇ ਲੱਕ ਦੀ ਪ੍ਰੋਬਲਮ ਆਉਂਦੀ ਹੈ ਜੀ, ਇਹਦਾ ਕੋਈ ਹੱਲ ਦੱਸਿਆ ਜਾਵੇ, ਇਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਜੀ? ਬਿਲਕੁਲ ਜੀ, ਇਹਦੇ ਆਪਾਂ ਬਚਾਅ ਕਰ ਸਕਦੇ ਹਾਂ। ਇਹਨੂੰ ਆਪਾਂ ਬਿਮਾਰੀ ਨੂੰ ਬਿਲਕੁਲ ਖਤਮ ਤਾਂ ਨਹੀਂ ਕਰ ਸਕਦੇ, ਪਰ ਬਹੁਤ ਹੱਦ ਤੱਕ ਇਹਨੂੰ ਘੱਟ ਕਰ ਸਕਦੇ ਹਾਂ। ਬਚਾਅ ਦੇ ਵਿੱਚ ਕੀ ਆ ਕਿ ਆਪਾਂ ਜਿਹੜਾ ਪਸ਼ੂ ਦਾ ਰੱਖ ਰਖਾਵ ਉਹ ਕਿਸ ਤਰ੍ਹਾਂ ਕਰ ਰਹੇ ਹਾਂ। ਜੇਕਰ ਪਸ਼ੂ ਨੂੰ ਆਪਾਂ ਸਾਰਾ ਦਿਨ ਪੱਕੇ ਤੇ ਰੱਖਦੇ ਹਾਂ, ਕੱਚਾ ਥਾਂ ਨਹੀਂ ਦਿੰਦੇ, ਤਾਂ ਇਹ ਇੱਕ ਕਾਰਨ ਬਣਦਾ ਮਸਟਾਈਟਸ ਹੋਣ ਦਾ। ਤਾਂ ਜੋ ਆਪਣੇ ਘਰਾਂ ਵਿੱਚ ਪਸ਼ੂ ਰੱਖੇ ਆ ਉਹਨਾਂ ਨੂੰ ਕੱਚਾ ਥਾਂ ਦਿਓ। ਜੇ ਆਪਾਂ ਮਜਬੂਰੀ ਬਸ ਪੱਕਾ ਕਰ ਲਿਆ ਸਾਰਾ, ਤਾਂ ਉਸ ਦੇ ਥੱਲੇ ਮੈਟ ਵਿਛਾਉਣ ਦਾ ਪ੍ਰਬੰਧ ਕਰੋ ਅਤੇ ਮੈਟਾਂ ਦੀ ਸਫਾਈ ਜਿਹੜੀ ਆ ਉਹ ਸਮੇਂ-ਸਮੇਂ 'ਤੇ ਕਰਦੇ ਰਹੋ। ਇਸ ਤੋਂ ਇਲਾਵਾ ਜਿਹੜਾ ਆਪਾਂ ਛੋਟੇ ਫਾਰਮਰ ਹੱਥ ਨਾਲ ਮਿਲਕਿੰਗ ਕਰਦੇ ਨੇ, ਜੋ ਆਪਣੇ ਪੰਜਾਬ 'ਚ ਪ੍ਰੈਕਟਿਸ ਹੁੰਦੀ ਹੈ, ਮੋਸਟਲੀ ਆਪਾਂ ਇਸ ਤਰੀਕੇ ਨਾਲ ਮਿਲਕਿੰਗ ਕਰਦੇ ਹਾਂ, ਇਹਨੂੰ ਆਪਾਂ ਨਕਲਿੰਗ ਕਹਿੰਦੇ ਹਾਂ, ਅੰਗੂਠਾ ਵਿੱਚ ਕਰਕੇ। ਅਤੇ ਜਿਸ ਤਰ੍ਹਾਂ ਆਪਾਂ ਥਣ ਨੂੰ ਹਰ ਰੋਜ਼ ਇੱਕੋ ਜਗ੍ਹਾ ਤੋਂ ਬਾਰ-ਬਾਰ ਦਬਾ ਰਹੇ ਹਾਂ, ਇਹ ਇੱਕ ਕਾਰਨ ਬਣਦਾ ਇਰੀਟੇਸ਼ਨ ਹੋਣ ਦਾ ਅਤੇ ਅੱਗੇ ਮਸਟਾਈਟਸ ਹੋਣ ਦਾ। ਇਸ ਲਈ ਇਹਨੂੰ ਬੰਦ ਕਰਕੇ ਫੁੱਲ ਹੈਂਡ ਮਿਲਕਿੰਗ, ਦੋਨੇ ਅੰਗੂਠੇ ਬਾਹਰ ਕਰਕੇ ਇਸ ਤਰੀਕੇ ਨਾਲ ਮਿਲਕਿੰਗ ਕਰਨੀ ਚਾਹੀਦੀ, ਤਾਂ ਕਿ ਪਸ਼ੂ ਨੂੰ ਜਿਹੜੀ ਮਿਲਕਿੰਗ ਉਹ ਆਰਾਮਦਾਇਕ ਹੋਵੇ, ਉਹਨੂੰ ਤਕਲੀਫ ਨਾ ਹੋਵੇ। ਇਸ ਤੋਂ ਇਲਾਵਾ ਜੇਕਰ ਤੁਸੀਂ ਮਿਲਕਿੰਗ ਮਸ਼ੀਨ ਦੀ ਵਰਤੋਂ ਕਰਦੇ ਹੋ, ਤਾਂ ਮਿਲਕਿੰਗ ਮਸ਼ੀਨ ਦੀ ਸਾਫ਼ ਸਫਾਈ ਬਹੁਤ ਜ਼ਰੂਰੀ ਹੈ। ਦੋਨੋਂ ਟਾਈਮ ਧਾਰ ਚੋਣ ਤੋਂ ਪਹਿਲਾਂ ਮਿਲਕਿੰਗ ਮਸ਼ੀਨ ਨੂੰ ਸਾਫ਼ ਕਰੋ ਅਤੇ ਮਿਲਕਿੰਗ ਮਸ਼ੀਨ ਦਾ ਜਿਹੜਾ ਪ੍ਰੈਸ਼ਰ ਆ ਉਹਨੂੰ ਚੈੱਕ ਕਰਦੇ ਰਹੋ। ਇਹਦੇ ਵਿੱਚ ਖਾਸ ਚੀਜ਼ ਦੀ ਇੱਕ ਦਾ ਧਿਆਨ ਰੱਖਣ ਵਾਲਾ ਹੁੰਦਾ, ਜੋ ਲਾਈਨਰ ਹੁੰਦੇ ਮਿਲਕਿੰਗ ਮਸ਼ੀਨ ਦੇ। ਹਰ ਕੰਪਨੀ ਤੁਹਾਨੂੰ ਦੱਸਦੀ ਆ ਵੀ ਲਾਈਨਰ ਕਿੰਨੀ ਮਿਲਕਿੰਗ ਤੋਂ ਬਾਅਦ ਆਪਾਂ ਚੇਂਜ ਕਰਨਾ, ਤਾਂ ਕਿਰਪਾ ਕਰਕੇ ਆਪਣੀ ਲਾਈਨਰ ਨੂੰ ਉਨੇ ਦਿਨਾਂ ਦੇ ਬਾਅਦ ਜਾਂ ਉਨੀਆਂ ਮਿਲਕਿੰਗ ਤੋਂ ਬਾਅਦ ਚੇਂਜ ਕਰੋ। ਔਰ ਸਾਫ਼ ਸਫਾਈ ਲਈ ਜੋ ਇੱਕ ਖਾਸ ਗੱਲ ਦਾ ਧਿਆਨ ਰੱਖਣ ਵਾਲਾ ਹੁੰਦਾ, ਉਹ ਇਹ ਆ ਕਿ ਜਿਹੜੀ ਮਸ਼ੀਨ ਦੀ ਸਫਾਈ ਲਈ ਜੋ ਬਰੱਸ਼ ਆਉਂਦੇ ਆ, ਅਸੀਂ ਆਮ ਦੇਖਦੇ ਹਾਂ ਫੀਲਡ ਵਿੱਚ ਜਾਂਦੇ ਹੋਏ ਕਿ ਕਿਤੋਂ ਵੀ ਬਾਜ਼ਾਰ 'ਚੋਂ ਬਰੱਸ਼ ਲਿਆਂਦਾ ਕੋਈ ਵੀ, ਉਹਦੇ ਨਾਲ ਸਾਫ਼ ਸਫਾਈ ਫਾਰਮਰ ਕਰਨਾ ਸਟਾਰਟ ਕਰ ਦਿੰਦੇ ਨੇ। ਪਰ ਜੋ ਕੰਪਨੀ ਦਾ ਬਰੱਸ਼ ਆਉਂਦਾ ਉਹੀ ਯੂਜ਼ ਕਰੋ, ਕਿਉਂਕਿ ਉਹ ਪ੍ਰੋਪਰਲੀ ਜਿੱਥੋਂ ਤੱਕ ਉਹਨੇ ਜਾਣਾ, ਮਸ਼ੀਨ ਦੀ ਸਫਾਈ ਚੰਗੀ ਤਰੀਕੇ ਨਾਲ ਹੋਊਗੀ। ਜਿਹੜੇ ਆਪਾਂ ਬਰੱਸ਼ ਚੇਂਜ ਕਰ ਦਿੰਦੇ ਹਾਂ, ਦੂਸਰਾ ਬਰੱਸ਼ ਯੂਜ਼ ਕਰਦੇ ਹਾਂ, ਉਹਦੇ ਨਾਲ ਸਫਾਈ ਨਹੀਂ ਹੋ ਪਾਉਂਦੀ, ਔਰ ਜੋ ਦੁੱਧ ਦਾ ਰੈਜ਼ੀਡਿਊ ਅੰਦਰ ਰਹਿ ਗਿਆ, ਉਹਦੇ ਕਰਕੇ ਇਨਫੈਕਸ਼ਨ ਹੋਣ ਦੇ ਚਾਂਸਸ ਹੋਰ ਵੱਧਦੇ ਨੇ। ਇਸ ਤੋਂ ਇਲਾਵਾ ਜਿਹੜੇ ਪਸ਼ੂ ਦੀ ਮਸਟਾਈਟਸ ਆ ਗਈ, ਜੇ ਮਿਲਕਿੰਗ ਮਸ਼ੀਨ ਦੀ ਵਰਤੋਂ ਕਰ ਰਹੇ ਹਾਂ, ਤਾਂ ਉਹਦੀ ਚਵਾਈ ਹੈ ਜਿਹੜੀ ਸਭ ਤੋਂ ਲਾਸਟ 'ਤੇ ਕਰੋ, ਤਾਂ ਕਿ ਉਹ ਦੂਸਰਿਆਂ ਨੂੰ ਇਨਫੈਕਸ਼ਨ ਨਾ ਦੇਵੇ। ਇਸ ਤੋਂ ਇਲਾਵਾ ਹੈਗਾ ਜੋ ਆਪਾਂ ਫਾਰਮ 'ਤੇ ਆਪਾਂ ਡਿਪਿੰਗ ਦਾ ਸਿਸਟਮ ਅਪਣਾਉਣਾ। ਡਿਪਿੰਗ ਦਾ ਮਤਲਬ ਹੁੰਦਾ ਥਣ ਡੋਭਾ ਕਰਨਾ। ਡਿਪਿੰਗ ਦੇ ਵਿੱਚ ਕੀ ਆ ਕਿ ਜਦੋਂ ਆਪਾਂ ਪਸ਼ੂ ਦਾ ਦੁੱਧ ਚੋਣੇ ਆ, ਦੁੱਧ ਚੋਣ ਤੋਂ ਬਾਅਦ ਜਿੱਥੋਂ ਦੀ ਦੁੱਧ ਨਿਕਲਦਾ, ਉਹ ਸੁਰਾਖ ਜਿਹੜਾ ਹੈਗਾ ਕੁਝ ਸਮੇਂ ਲਈ ਖੁੱਲ੍ਹਾ ਰਹਿੰਦਾ, ਅਤੇ ਜਿੱਥੇ ਆਪਾਂ ਪਸ਼ੂ ਬੰਨ੍ਹੇ ਉਹਦੀ ਇਰਦ ਗਿਰਦ ਇਨਫੈਕਸ਼ਨ ਹੁੰਦੀ ਹੈ, ਉਸ ਸੁਰਾਖ ਵਿੱਚ ਦੀ ਇਨਫੈਕਸ਼ਨ ਜਾਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ। ਜੇਕਰ ਆਪਾਂ ਉਹਨੂੰ ਡਿਪ ਕਰਦੇ ਹਾਂ ਡਿਪਿੰਗ ਸੋਲਿਊਸ਼ਨ ਦੇ ਵਿੱਚ, ਜੋ ਕਿ ਤੁਸੀਂ ਗਲਿਸਰੀਨ ਦਾ ਅਤੇ ਬੀਟਾਡੀਨ ਦਾ ਘਰ ਵੀ ਬਣਾ ਸਕਦੇ ਹੋ। ਇਸ ਤੋਂ ਇਲਾਵਾ ਮਾਰਕੀਟ ਵਿੱਚ ਬਣਿਆ ਬਣਾਇਆ ਵੀ ਆਉਂਦਾ। ਜੇਕਰ ਤੁਸੀਂ ਇਸ ਦੀ ਵਰਤੋਂ ਕਰਦੇ ਹੋ, ਤਾਂ ਉਹ ਜਿਹੜੀ ਹੈਗੀ ਆ ਦੁੱਧ ਜਿੱਥੋਂ ਦੀ ਨਿਕਲਦਾ, ਉੱਥੇ ਉਹ ਦਵਾਈ ਚਲੀ ਜਾਏਗੀ ਅਤੇ ਉਸ ਇਨਫੈਕਸ਼ਨ ਕਰਨ ਵਾਲੇ ਜੋ ਵੀ ਬੈਕਟੀਰੀਆ ਵਾਇਰਸ ਉਹਨੂੰ ਰੋਕੇਗੀ। ਕੁਛ ਹੱਦ ਤੱਕ ਆਪਾਂ ਇਸ ਨੂੰ ਪ੍ਰੀਵੈਂਟ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜੋ ਪ੍ਰੀਵੈਂਸ਼ਨ 'ਚ ਆਉਂਦਾ, ਉਹ ਇਹ ਆਉਂਦਾ ਕਿ ਆਸ਼ੀਸ਼ ਕੰਪਨੀ ਦਾ ਇੱਕ ਪ੍ਰੋਡਕਟ ਵੀ ਆਉਂਦਾ, ਜਿਸ ਨੂੰ ਅਸੀਂ ਨਿਊਟਰੀਮੋ ਦੇ ਨਾਮ ਨਾਲ ਜਾਣਦੇ ਹਾਂ, ਜੋ ਕਿ ਖਾਸ ਤੌਰ 'ਤੇ ਲੇਮਨੈਸ ਅਤੇ ਮਸਟਾਈਟਸ ਲਈ ਬਣਾਇਆ ਗਿਆ। ਇਹ ਪ੍ਰੋਡਕਟ ਤੁਸੀਂ ਕਿਸੇ ਵੀ ਐਨੀਮਲ ਨੂੰ ਕਿਸੇ ਵੀ ਕੰਡੀਸ਼ਨ 'ਚ ਦੇ ਸਕਦੇ ਹੋ। ਇਹਨੂੰ ਸਪੋਰਟ ਦੇ ਵਿੱਚ ਵੀ ਦੇ ਸਕਦੇ ਹੋ, ਪ੍ਰੀਵੈਂਸ਼ਨ 'ਚ ਵੀ ਦੇ ਸਕਦੇ ਹੋ ਅਤੇ ਟਰੀਟਮੈਂਟ 'ਚ ਵੀ ਦੇ ਸਕਦੇ ਹੋ। ਬਿਲਕੁਲ ਔਰਗੈਨਿਕ ਪ੍ਰੋਡਕਟ ਆ,
ਪਸ਼ੂ ਦੀ ਸਿਹਤ ਦੇ ਉੱਤੇ ਬਿਲਕੁਲ ਵੀ ਇਹਦਾ ਕੋਈ ਬੈਡ ਇੰਪੈਕਟ ਨਹੀਂ ਆਉਂਦਾ। ਤਾਂ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ, ਇਹਨਾਂ ਸਾਰੀਆਂ ਚੀਜ਼ਾਂ ਦੇ ਜੋ ਢੰਗ ਅਪਣਾ ਕੇ ਆਪਾਂ ਇਸ ਬਿਮਾਰੀ ਨੂੰ ਘੱਟ ਕਰ ਸਕਦੇ ਹਾਂ ਔਰ ਇਸ ਬਿਮਾਰੀ ਤੋਂ ਹੋਣ ਵਾਲੇ ਜੋ ਆਰਥਿਕ ਨੁਕਸਾਨ ਆ ਉਹਨਾਂ ਨੂੰ ਬਚਾ ਸਕਦੇ ਹਾਂ। ਬਹੁਤ ਹੀ ਵਿਸਤਾਰਪੂਰਵਕ ਡਾਕਟਰ ਸਾਹਿਬ ਜਾਣਕਾਰੀ ਦੇ ਰਹੇ ਨੇ ਤੇ ਡਾਕਟਰ ਸਾਹਿਬ ਉਹਨਾਂ ਅਗਲੇ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਵੀ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਜਤਿੰਦਰਪਾਲ ਸਿੰਘ ਜੀ, ਮੈਂ ਪਿੰਡ ਕੱਥੂ ਨਗਰ ਜ਼ਿਲ੍ਹਾ ਅੰਮ੍ਰਿਤਸਰ ਤੋਂ ਬੋਲ ਰਿਹਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੇ ਸਵਾਲ ਪੁੱਛੋ। ਡਾਕਟਰ ਸਾਹਿਬ ਮੇਰਾ ਇਹ ਸਵਾਲ ਹੈ ਕਿ ਜਿਹੜੇ ਪਸ਼ੂਆਂ ਨੂੰ ਥਨੇਲਾ ਰੋਗ ਜਾਂ ਮਾਸਟਾਈਟਸ ਰੋਗ ਹੁੰਦਾ, ਇਹਦਾ ਇਸ ਤੋਂ ਪਹਿਲਾਂ ਪਤਾ ਲਗਾਇਆ ਜਾ ਸਕਦਾ ਕਿ ਰੋਗ ਤੋਂ ਪਹਿਲਾਂ ਸਾਨੂੰ ਪਤਾ ਲੱਗ ਜੇ? ਜੀ ਬਿਲਕੁਲ ਜੀ, ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਆਪਾਂ ਇਹ ਪਹਿਲਾਂ ਪਤਾ ਕਰ ਸਕਦੇ ਹਾਂ ਕਿ ਸਾਡੇ ਫਾਰਮ 'ਤੇ ਥਨੈਲਾ ਰੋਗ ਹੋਣ ਵਾਲਾ ਕਿ ਨਹੀਂ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਇਹ ਕਿਸ ਪ੍ਰਕਾਰ ਦਾ ਹੁੰਦਾ। ਦੋ ਤਰ੍ਹਾਂ ਦਾ ਬੇਸਿਕਲੀ ਥਨੈਲਾ ਰੋਗ ਹੁੰਦਾ, ਮਸਟਾਈਟਸ ਜਿਹਨੂੰ ਕਹਿੰਦੇ ਆ। ਇੱਕ ਕਲੀਨਿਕਲ ਮਸਟਾਈਟਸ, ਦੂਸਰਾ ਸਬ ਕਲੀਨਿਕਲ ਮਸਟਾਈਟਸ। ਕਲੀਨਿਕਲ ਮਸਟਾਈਟਸ ਦੀ ਗੱਲ ਕਰੀਏ ਤਾਂ ਜਿਹੜਾ ਪਸ਼ੂ ਹੈ ਉਹ ਸਾਰੇ ਸਾਈਨ ਦਿੰਦਾ। ਪਸ਼ੂ ਦੇ ਦੁੱਧ ਦਾ ਰੰਗ ਚੇਂਜ ਹੁੰਦਾ, ਕਈ ਵਾਰ ਛਿੱਦੀ ਆਉਂਦੀ ਆ, ਟੈਂਪਰੇਚਰ ਹੁੰਦਾ ਜਾਂ ਪਸ਼ੂ ਆਫ ਫੀਡ ਹੋ ਜਾਂਦਾ। ਜੇ ਗੱਲ ਕਰੀਏ ਸਬ ਕਲੀਨਿਕਲ ਮਸਟਾਈਟਸ ਦੀ, ਜਿਹੜਾ ਬਹੁਤ ਜ਼ਿਆਦਾ ਖਤਰਨਾਕ ਹੈ ਔਰ ਮੋਸਟਲੀ ਫਾਰਮਾਂ ਦੇ ਉੱਤੇ ਤੇ ਆਪਣੇ ਪਸ਼ੂਆਂ ਦੇ ਵਿੱਚ ਇਹ ਪਾਇਆ ਜਾਂਦਾ। ਸਬ ਕਲੀਨਿਕਲ ਮਸਟਾਈਟਸ ਦੇ ਵਿੱਚ ਪਸ਼ੂ ਕਿਸੇ ਤਰ੍ਹਾਂ ਦਾ ਕੋਈ ਵਿਜ਼ੀਬਲ ਸਾਈਨ ਨਹੀਂ ਦਿੰਦਾ, ਖਾਂਦਾ ਪੀਂਦਾ ਨਾਰਮਲ ਆ, ਪਰ ਡੇ ਬਾਏ ਡੇ ਹੌਲੀ ਹੌਲੀ ਪਸ਼ੂ ਦਾ ਜਿਹੜਾ ਦੁੱਧ ਆ ਉਹ ਘਟਦਾ ਜਾਂਦਾ। ਇਹ ਆਪਾਂ ਨੂੰ ਇੰਡੀਕੇਟ ਕਰਦਾ ਕਿ ਸਾਡੇ ਪਸ਼ੂ ਦੇ ਸਮੈਟਿਕ ਸੈੱਲ ਕਾਊਂਟ ਆ ਜੋ ਵਧਿਆ ਹੋਇਆ। ਜੇ ਸਮੈਟਿਕ ਸੈੱਲ ਕਾਊਂਟ ਦੀ ਗੱਲ ਕਰੀਏ ਤਾਂ ਇਸ ਨੂੰ ਦੇਖਣ ਲਈ ਆਪਣੇ ਕੋਲੇ ਦੋ ਮੈਥਡ ਹੈ। ਪਹਿਲਾ ਮੈਥਡ ਆ CMT ਕਹਿੰਦੇ ਆਪਾਂ ਨੂੰ, ਕੈਲੀਫੋਰਨੀਆ ਮਸਟਾਈਟਸ ਟੈਸਟ। ਬਿਲਕੁਲ ਸਭ ਤੋਂ ਆਸਾਨ ਤੇ ਸਸਤਾ ਤਰੀਕਾ ਹੈ ਮਸਟਾਈਟਸ ਪਤਾ ਕਰਨ ਦਾ। ਇਸ ਟੈਸਟ ਨੂੰ ਘੱਟ ਤੋਂ ਘੱਟ ਮਹੀਨੇ 'ਚ ਇੱਕ ਵਾਰ ਆਪਣੇ ਫਾਰਮ 'ਤੇ ਜ਼ਰੂਰ ਕਰੋ। ਇਹਦੇ ਟੈਸਟ ਕਰਨ ਦਾ ਜੋ ਤਕਨੀਕ ਆ ਉਹ ਇਹ ਆ ਵੀ ਜਿਹੜੀ ਇਹ ਕਿੱਟ ਬਾਜ਼ਾਰ 'ਚੋਂ ਮਿਲਦੀ ਆ, ਇਹਦੇ 4 ਕੌਲੀਆਂ ਬਣੀਆਂ ਹੁੰਦੀਆਂ। ਉਹਨਾਂ ਨੂੰ ਆਪਾਂ ਪਹਿਲਾਂ ਥਾਣਾ ਨੂੰ ਜਿਹੜਾ ਹੈਗਾ ਥੋੜ੍ਹੇ ਧਾਰਾਂ ਮਾਰ ਕੇ ਬਾਹਰ ਤੇ ਥੋੜ੍ਹਾ ਦੁੱਧ ਉਹਨਾਂ 4 ਕੌਲੀਆਂ 'ਚ 4 ਥਾਣਾ ਦਾ ਅੱਡ ਲੈ ਲੈਣਾ। ਫਿਰ ਉਹਦੇ ਵਿੱਚ ਜੋ ਉਹਦਾ ਰੇਜੈਂਟ ਆਉਂਦਾ ਉਹ ਉਹਦੇ ਵਿੱਚ ਪਾ ਕੇ ਮਿਕਸ ਕਰਕੇ ਉਹਨੂੰ ਆਪਾਂ ਹੌਲੀ ਹੌਲੀ ਹਿਲਾਉਣਾ। ਜੇਕਰ ਉਹਦੇ ਵਿੱਚ ਜੈਲ ਫਾਰਮੇਸ਼ਨ ਹੁੰਦੀ ਹੈ ਜਾਂ ਉਸ ਵਿੱਚ ਛਿੱਦੀਆਂ ਵਗੈਰਾ ਬਣਦੀਆਂ ਤਾਂ ਇੰਡੀਕੇਟ ਕਰਦੀਆਂ ਵੀ ਮਸਟਾਈਟਸ ਆਉਣ ਵਾਲੀ ਆ, ਸਮੈਟਿਕ ਸੈੱਲ ਕਾਊਂਟ ਜਿਹੜਾ ਹੈਗਾ ਵਧਿਆ ਹੋਇਆ। ਇਸ ਤੋਂ ਇਲਾਵਾ ਇੱਕ ਦੂਸਰੀ ਤਕਨੀਕ ਵੀ ਹੈ ਜਿਸ ਨੂੰ ਆਪਾਂ ਕਹਿੰਦੇ ਆ ਸਮੈਟਿਕ ਸੈੱਲ ਕਾਊਂਟ ਦੀ ਵੈਲਿਊ ਚੈੱਕ ਕਰਨਾ, ਕਿੰਨਾ ਸਮੈਟਿਕ ਸੈੱਲ ਹੈ। ਸਮੈਟਿਕ ਸੈੱਲ ਬੇਸਿਕਲੀ ਹੁੰਦਾ ਕੀ ਹੈ, ਜਿਹੜੀ ਬਾਡੀ ਦਾ ਪਸ਼ੂ ਦੀ ਦਾ ਇਮਿਊਨ ਸਿਸਟਮ ਹੈ, ਜਦੋਂ ਵੀ ਪਸ਼ੂ ਦੇ ਚੱਡੇ ਵਿੱਚ ਇਨਫੈਕਸ਼ਨ ਆਉਂਦੀ ਹੈ ਤਾਂ ਇਮਿਊਨ ਸਿਸਟਮ ਕੁਝ ਸੈੱਲ ਭੇਜਦਾ, ਜਿਹੜੇ ਲਿੰਫੋਸਾਈਟਸ ਹੋ ਗਏ ਜਾਂ ਵਾਈਟ ਬਲੱਡ ਸੈੱਲ ਹੋ ਗਏ, ਤਾਂ ਇਸ ਨੂੰ ਆਪਾਂ ਕਹਿੰਦੇ ਆ ਸਮੈਟਿਕ ਸੈੱਲ। ਇਹ ਇਨਫੈਕਸ਼ਨ ਦੇ ਨਾਲ ਜਾ ਕੇ ਲੜਨ ਦੀ ਕੋਸ਼ਿਸ਼ ਕਰਦੇ ਆ। ਜੇਕਰ ਇਨਫੈਕਸ਼ਨ ਜ਼ਿਆਦਾ ਹੋਵੇ ਤਾਂ ਉਹ ਹੋ ਜਾਂਦੀ ਹੈ, ਜੇਕਰ ਇਨਫੈਕਸ਼ਨ ਘੱਟ ਆ ਤੇ ਸਮੈਟਿਕ ਸੈੱਲ ਕਾਊਂਟ ਜਿਹੜੇ ਹੈਗੇ ਆ ਉਸ ਨੂੰ ਕਈ ਹੱਦ ਤੱਕ ਰੋਕਣ ਦੀ ਕੋਸ਼ਿਸ਼ ਕਰਦੇ ਆ। ਜੇ ਆਪਾਂ ਗੱਲ ਕਰੀਏ ਨਾਰਮਲ ਸਮੈਟਿਕ ਸੈੱਲ ਕਾਊਂਟ ਦੀ, ਤਾਂ ਜਿਹੜੀ ਨਾਰਮਲ ਸਮੈਟਿਕ ਸੈੱਲ ਕਾਊਂਟ ਆ ਉਹ 1 ml ਦੁੱਧ ਦੇ ਵਿੱਚ 2 ਲੱਖ ਸਮੈਟਿਕ ਸੈੱਲ ਕਾਊਂਟ ਹੋਣਾ ਚਾਹੀਦਾ। ਪਰ ਜਦ ਅਸੀਂ ਪਸ਼ੂ ਦਾ ਟੈਸਟ ਕਰਵਾਉਣੇ ਆ, ਕਈ ਵਾਰ ਨਾਰਮਲ ਫੀਲਡ 'ਚ ਅਸੀਂ ਜਾਂਦੇ ਹਾਂ ਤਾਂ ਦੇਖਣ ਨੂੰ ਮਿਲਦਾ 10 ਲੱਖ, ਕਈ ਵਾਰ 20 ਲੱਖ ਔਰ 50 ਲੱਖ ਤੋਂ ਉੱਪਰ ਵੀ ਸਮੈਟਿਕ ਸੈੱਲ ਕਾਊਂਟ ਆਉਂਦੇ ਆ, ਜੋ ਇੰਡੀਕੇਟ ਕਰਦੇ ਆ ਕਿ ਸਾਡੇ ਫਾਰਮ 'ਤੇ ਬਹੁਤ ਹੀ ਭਿਆਨਕ ਕੋਈ ਇਨਫੈਕਸ਼ਨ ਚੱਲ ਰਹੀ ਹੈ ਜਾਂ ਸਾਡੇ ਰੱਖ ਰਖਾਵ ਦੇ ਵਿੱਚ ਜਾਂ ਸਾਡੇ ਪ੍ਰਬੰਧ ਹਨ ਉਹਨਾਂ ਦੇ ਵਿੱਚ ਕੋਈ ਨਾ ਕੋਈ ਕਮੀ ਹੈ। ਜੋ ਸਮੈਟਿਕ ਸੈੱਲ ਕਾਊਂਟ ਦੀ ਜਿਹੜੀ ਐਗਜ਼ੈਕਟ ਵੈਲਿਊ ਆਪਾਂ ਦੇਖਣੀ ਆ, ਬੜੀ ਖੁਸ਼ੀ ਵਾਲੀ ਗੱਲ ਆ ਕਿ ਪੰਜਾਬ ਦੇ ਵਿੱਚ ਜੋ ਆਪਣੀ ਗੜਵਾਸੂ ਹੈ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਹੈ, ਉੱਥੇ ਇਹ ਟੈਸਟ ਕੀਤਾ ਜਾਂਦਾ। ਅਤੇ ਮੈਂ ਫਾਰਮਰ ਵੀਰਾਂ ਨੂੰ ਅਪੀਲ ਕਰੂੰਗਾ ਘੱਟ ਤੋਂ ਘੱਟ ਸਾਲ 'ਚ 2-4 ਵਾਰ ਆਪਣੇ ਜਿਹੜੇ ਹੈਗੇ ਆ ਦੁੱਧ ਦਾ ਸਮੈਟਿਕ ਸੈੱਲ ਕਾਊਂਟ ਯੂਨੀਵਰਸਿਟੀ ਤੋਂ ਜ਼ਰੂਰ ਕਰਾਓ ਅਤੇ ਜੋ ਇਹ ਬਿਮਾਰੀ ਆਉਂਦੀ ਆ ਇਸ ਦੀ ਆਪਾਂ ਬੱਚਤ ਕਰ ਸਕੀਏ। ਮਤਲਬ ਉਹ ਕਹਿੰਦੇ ਨੇ ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਉਰ। ਇੱਥੇ ਉਹੀ ਚੀਜ਼ ਡਾਕਟਰ ਸਾਹਿਬ ਨੇ ਬਹੁਤ ਹੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ। ਅਗਲੇ ਕਾਲਰ ਵੀ ਡਾਕਟਰ ਸਾਹਿਬ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪਾਲ ਸਿੰਘ ਬੋਲਦਾ ਜੀ, ਫਿਰੋਜ਼ਪੁਰ ਤੋਂ। ਸਤਿ ਸ਼੍ਰੀ ਅਕਾਲ ਜੀ, ਆਪਣਾ ਸਵਾਲ ਪੁੱਛੋ। ਹਾਂਜੀ, ਮੈਂ ਇਹ ਪੁੱਛਣਾ ਚਾਹੁੰਦਾ ਸੀ, ਅਸੀਂ ਜਦੋਂ ਧਾਰ ਚੋਈਦੀ ਹੈ ਤੇ ਘੰਟੇ ਕੁ ਬਾਅਦ ਲੇਵਾ ਪੂਰਾ ਨਾ ਸੁੱਜ ਜਾਂਦਾ ਹੈ, ਤੇ ਇਹਦਾ ਕੀ ਹੀਲਾ ਕਰੀਏ, ਇਹਦੇ ਬਾਰੇ ਸਾਨੂੰ ਦੱਸੋ ਜੀ। ਹਾਂ ਬਿਲਕੁਲ ਜੀ, ਕਈ ਵਾਰ ਆਪਾਂ ਧਾਰ ਚੋ ਕੇ ਹਟਦੇ ਹਾਂ ਤਾਂ ਦੇਖਦੇ ਹਾਂ ਥੋੜ੍ਹੀ ਦੇਰ ਦੇ ਬਾਅਦ ਹੀ ਪਸ਼ੂ ਦਾ ਜਿਹੜਾ ਅਡਰ ਦਾ ਸਾਈਜ਼ ਹੈ ਉਹ ਕਾਫੀ ਵੱਡਾ ਹੋ ਜਾਂਦਾ, ਜਾਂ ਇੱਕ ਪਾਸੇ ਦਾ ਜਾਂ ਸਾਰੀ ਅਡਰ ਦਾ। ਔਰ ਜਦ ਆਪਾਂ ਪਸ਼ੂ ਦਾ ਦੁੱਧ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਦੇ ਵਿੱਚੋਂ ਕਈ ਵਾਰ ਛਿੱਦੀਆਂ ਜਾਂ ਬਿਲਕੁਲ ਪਾਣੀ ਵਰਗਾ ਵਾਟਰੀ ਫਲੂਇਡ ਆਉਂਦਾ। ਇਹਦਾ ਕਾਰਨ ਬੇਸਿਕਲੀ ਤਾਂ ਇਨਫੈਕਸ਼ਨ ਹੀ ਹੁੰਦਾ। ਉਹ ਇਨਫੈਕਸ਼ਨ ਕਈ ਵਾਰੀ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਇੱਕਦਮ ਹੀ ਆਪਣਾ ਅਸਰ ਦਿਖਾਉਂਦੀ ਹੈ। ਇਸ ਦੇ ਵਿੱਚ ਕੀ ਹੁੰਦਾ ਕਿ ਜੇਕਰ ਆਪਾਂ ਸਮੇਂ ਸਿਰ ਇਸ ਦਾ ਇਲਾਜ ਨਹੀਂ ਕਰਵਾਉਂਦੇ ਤਾਂ ਇਹ ਇਨਫੈਕਸ਼ਨ ਜਿਹੜੀ ਆ ਪਸ਼ੂ ਦੇ ਵਿੱਚ ਸੈਪਟੀਸੀਮੀਆ ਕਰ ਜਾਂਦੀ ਹੈ। ਸੈਪਟੀਸੀਮੀਆ ਦਾ ਮਤਲਬ ਹੈ ਕਿ ਇਨਫੈਕਸ਼ਨ ਬਲੱਡ ਤੱਕ ਪਹੁੰਚ ਜਾਂਦੀ ਹੈ, ਜਿਹੜੀ ਕਿ ਕਈ ਵਾਰ ਪਸ਼ੂ ਦੀ ਮੌਤ ਦਾ ਕਾਰਨ ਵੀ ਬਣ ਸਕਦੀ ਹੈ।
ਇਸ ਤੋਂ ਇਲਾਵਾ ਤੁਸੀਂ ਜਿਹੜੇ ਆਪਣੇ ਘਰਾਂ ਦੇ ਵਿੱਚ ਆਪਾਂ ਦੇਸੀ ਟੋਟਕੇ ਅਪਣਾਉਣੇ ਆ, ਕਈ ਵਾਰ ਮਸਟਾਈਟਸ ਹੁੰਦਾ, ਆਪਾਂ ਕੋਈ ਨਾ ਕੋਈ ਚੀਜ਼ਾਂ ਦਿੰਨੇ ਆ, ਉਹ ਦੇਸੀ ਟੋਟਕੇ ਤੁਸੀਂ ਅਪਣਾ ਸਕਦੇ ਹੋ, ਪਰ ਜਿੰਨੀ ਜਲਦੀ ਹੋਵੇ ਉਨੀ ਜਲਦੀ ਇਸ ਕੰਡੀਸ਼ਨ ਦੇ ਵਿੱਚ ਕਿਸੇ ਕੁਆਲੀਫਾਈਡ ਵੈਟਰਨਰੀ ਡਾਕਟਰ ਨੂੰ ਬੁਲਾਓ ਤੇ ਸਮੇਂ ਰਹਿੰਦੇ ਇਸ ਦਾ ਇਲਾਜ ਕਰਾਓ, ਕਿਉਂਕਿ ਜੇਕਰ ਸਮਾਂ ਲੰਘ ਗਿਆ ਤਾਂ ਪਸ਼ੂ ਦਾ ਇਹ ਕੁਛ ਨਾ ਕੁਛ ਡੈਮੇਜ ਕਰਦਾ ਜਾਂ ਕਈ ਵਾਰੀ ਪਸ਼ੂ ਲਈ ਆਪਣੇ ਲਈ ਬਹੁਤ ਹਾਨੀਕਾਰਕ ਹੋ ਜਾਂਦਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਸਵਾਲ ਦੇ ਲਈ। ਤੇ ਇੱਥੇ ਵੇਲਾ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਇੱਕ ਅਗਾਂਹਵਧੂ ਪਸ਼ੂ ਪਾਲਕ ਨਾਲ ਕਰਾਵਾਂਗੇ ਤੁਹਾਡੀ ਮੁਲਾਕਾਤ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਤੇ ਅਗਾਂਹਵਧੂ ਪਸ਼ੂ ਪਾਲਕ ਕੌਣ ਹੁੰਦਾ ਹੈ? ਅਗਾਂਹਵਧੂ ਪਸ਼ੂ ਪਾਲਕ ਉਹ ਹੁੰਦਾ ਹੈ ਜੋ ਬਾਕੀ ਕਿਸਾਨਾਂ ਨੂੰ, ਬਾਕੀ ਪਸ਼ੂ ਪਾਲਕਾਂ ਨੂੰ ਸੇਧ ਦਿੰਦਾ ਹੈ। ਤੇ ਅਜਿਹੇ ਇੱਕ ਪਸ਼ੂ ਪਾਲਕ ਨਾਲ ਕਰਾਉਣੇ ਹਾਂ ਤੁਹਾਡੀ ਮੁਲਾਕਾਤ। ਕਿਸਾਨੀ ਦੇ ਨਾਲ ਸਹਾਇਕ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਅਪਣਾ ਕੇ ਅੱਜ ਸਫਲਤਾ ਵੱਲ ਵੱਧ ਰਿਹਾ ਬਠਿੰਡੇ ਜ਼ਿਲ੍ਹੇ ਦੇ ਪਿੰਡ ਰਾਮੋਵਾਲਾ ਦਾ ਕਿਸਾਨ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਇਹ ਧੰਦਾ ਉਹਨਾਂ ਦੇ ਪਿਤਾ ਪੁਰਖਿਆਂ ਵੱਲੋਂ ਸ਼ੁਰੂ ਕੀਤਾ ਗਿਆ ਸੀ। ਪਹਿਲਾਂ ਉਹਨਾਂ ਕੋਲ 10 ਤੋਂ 15 ਪਸ਼ੂ ਹੁੰਦੇ ਸਨ। ਅੱਜ ਉਹਨਾਂ ਦੇ ਫਾਰਮ ਵਿੱਚ ਵਧੀਆ ਨਸਲ ਦੀਆਂ 50 ਤੋਂ 60 ਗਊਆਂ ਹਨ ਜੋ ਵਧੀਆ ਫੀਡ ਦੇ ਨਾਲ ਤਿਆਰ ਕੀਤੀਆਂ ਗਈਆਂ ਨੇ। ਇਹ ਧੰਦਾ ਮੈਂ 2005 ਦੇ ਵਿੱਚ ਸ਼ੁਰੂ ਕਰਿਆ ਸੀਗਾ, ਜਿਹੜਾ ਕਿ ਸਾਡੇ ਪਿਤਾ ਵੱਲੋਂ, ਪਿਤਾ ਪੁਰਖੀ ਧੰਦਾ ਮਤਲਬ ਕਿ ਉਹਨਾਂ ਦਾ ਚਲਾਇਆ ਹੋਇਆ ਮੈਂ ਅੱਗੇ ਤੋਰਿਆ। ਅਸੀਂ 2005 ਤੋਂ 10 ਪਸ਼ੂਆਂ ਤੋਂ ਸ਼ੁਰੂ ਕਰਿਆ ਸੀ, ਜਿਹੜਾ ਕਿ ਅੱਜ ਅਸੀਂ 50-60 ਪਸ਼ੂਆਂ ਤੇ ਲੈ ਚੁੱਕੇ ਹਾਂ ਜੀ। ਇਹਨੂੰ ਅਸੀਂ ਚੰਗੀ ਬਰੀਡ ਪੈਦਾ ਕਰੀ ਜੀ, ਚੰਗੇ ਸੀਮਨ ਤੋਂ ਚੰਗੀ ਬਰੀਡ ਪੈਦਾ ਕਰੀ। ਹੌਲੀ ਹੌਲੀ ਅਸੀਂ ਕੁਛ ਜਿਵੇਂ ਅਸੀਸ ਕੰਪਨੀ ਦੇ ਨਾਲ ਜੁੜੇ, ਕੁਛ ਉਹਨਾਂ ਦੇ ਟਿਪਸ ਲਏ। ਉਹਨਾਂ ਨੇ ਸਾਨੂੰ ਮੈਨੇਜਮੈਂਟ ਬਾਰੇ ਦੱਸਿਆ, ਜਿਹੜੀਆਂ ਸਾਡੇ ਫਾਰਮ ਤੇ ਪ੍ਰੋਬਲਮਾਂ ਸੀਗੀਆਂ, ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਸੰਯੋਗ ਨਾਲ ਹੱਲ ਕਰਿਆ। ਕਿਸਾਨ ਜਸਪਾਲ ਸਿੰਘ ਨੇ ਆਪਣੇ ਡੇਅਰੀ ਫਾਰਮਿੰਗ ਦੇ ਧੰਦੇ ਸੰਬੰਧੀ ਗੱਲਬਾਤ ਕਰਦੇ ਕਿਹਾ ਕਿ ਜਦੋਂ ਦੀ ਉਹ ਆਪਣੇ ਪਸ਼ੂਆਂ ਨੂੰ ਅਸੀਸ ਫੀਡ ਪਾਉਣ ਲੱਗੇ ਹਨ ਅਤੇ ਅਸੀਸ ਫੀਡ ਦੀ ਮੈਨੇਜਮੈਂਟ ਦੇ ਜ਼ਰੀਏ ਅੱਜ ਉਹਨਾਂ ਦਾ ਇਹ ਧੰਦਾ ਪੂਰੀ ਤਰ੍ਹਾਂ ਨਾਲ ਸਫਲ ਸਾਬਤ ਹੋ ਰਿਹਾ ਹੈ। ਨਾਲ ਉਹਨਾਂ ਇਹ ਵੀ ਕਿਹਾ ਕਿ ਅੱਜ ਮੇਰੇ ਪਸ਼ੂ 40 ਤੋਂ 50 ਲੀਟਰ ਰੋਜ਼ਾਨਾ ਦੁੱਧ ਦੇਣ ਲੱਗ ਪਏ ਹਨ। ਇਸ ਮੌਕੇ ਤੇ ਉਹਨਾਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਸ਼ੂ ਧੰਦੇ ਨਾਲ ਜੁੜਨ ਅਤੇ ਵੱਧ ਤੋਂ ਵੱਧ ਕਮਾਈ ਕਰਨ। ਸਾਡੇ ਫਾਰਮ ਤੇ ਮਸਟੈਟਸ ਦੀ ਪ੍ਰੋਬਲਮ ਸੀ, ਲੈਮਨਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਸੀ। ਕੁਛ ਉਹਨਾਂ ਨੇ ਸਾਨੂੰ ਇਸ ਬਾਰੇ ਮੈਨੇਜਮੈਂਟ ਕਰਵਾਈ, ਕੁਛ ਅਸੀਂ ਕਰੀ, ਮਤਲਬ ਕਿ ਅੱਜ ਅਸੀਂ ਉਸ ਤੋਂ ਛੁਟਕਾਰਾ ਪਾ ਚੁੱਕੇ ਹਾਂ। ਅੱਜ ਸਾਡੇ ਕੋਲੇ 50-60 ਪਸ਼ੂ ਹੈ, ਜਿਨ੍ਹਾਂ ਦਾ ਅਸੀਂ ਦੁੱਧ ਘੱਟੋ ਘੱਟ 40-50 ਲੀਟਰ, 45 ਲੀਟਰ, 50 ਲੀਟਰ, 55 ਲੀਟਰ ਵੀ ਜਾਣੀ ਚੋ ਰਹੇ ਹਾਂ ਗਾਂਆਂ ਦਾ ਦੁੱਧ। ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀ ਇਹ ਧੰਦੇ ਵੱਲ ਜੁੜੋ, ਆਪ ਕੰਮ ਕਰੋ, ਮੈਨੇਜਮੈਂਟ ਆਪ ਕਰੋ, ਕੁਛ ਡਾਕਟਰਾਂ ਦੀ ਸਲਾਹ ਲਓ, ਡਾਕਟਰਾਂ ਦੇ ਨਾਲ ਜਦੋਂ ਬੈਲੈਂਸ ਫੀਡ ਪਾਓ, ਪਾਊਡਰ ਪਾਓ। ਇਹ ਧੰਦਾ ਕੋਈ ਘਾਟੇ ਬੰਦ ਸੌਦਾ ਨਹੀਂ ਗਾ। ਪਹਿਲਾਂ ਸੀਗਾ ਵੀ ਇਹ ਘਾਟੇ ਬੰਦ ਸੌਦੇ ਆ, ਇਹ ਚੱਲਦਾ ਨਹੀਂ ਜੀ, ਇਹ ਖਰਾਬ ਹੋ ਜਾਂਦੇ ਆ, ਪਸ਼ੂ ਖਰਾਬ ਹੋ ਜਾਂਦੇ ਆ, ਬਚਦਾ ਨਹੀਂ ਕੁਛ, ਪਰ ਇਹ ਗੱਲਾਂ ਨਹੀਂ ਆ। ਇਹਨੂੰ ਤੁਸੀਂ ਆਪ ਦੇ ਹੱਥੀਂ ਕਰੋਗੇ, ਡਾਕਟਰਾਂ ਦੀ ਮੈਨੇਜਮੈਂਟ ਨਾਲ ਕਰੋਗੇ, ਉਹਨਾਂ ਦੀ ਸੰਯੋਗ ਲਓਗੇ, ਆਪ ਹਿੰਮਤ ਕਰੋਗੇ ਤਾਂ ਬਹੁਤ ਪ੍ਰੋਫਿਟੇਬਲ ਧੰਦਾ ਹੈ। ਸੋ ਵਾਕਿਆ ਹੀ ਜਸਪਾਲ ਸਿੰਘ ਦੀ ਮਿਹਨਤ ਨੇ ਜਿੱਥੇ ਰੰਗ ਲਿਆਂਦੇ ਨੇ, ਉੱਥੇ ਹੀ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਨਾ ਸਰੋਤ ਵੀ ਬਣੇ ਨੇ। ਮੋਗਾ ਤੋਂ ਸਰਬਜੀਤ ਸਿੰਘ ਦੀ ਰਿਪੋਰਟ। ਬਈ ਤੁਹਾਡੀ ਅਗਾਂਹਵਧੂ ਸੋਚ ਨੂੰ ਤਾਂ ਸਾਡਾ ਹਰ ਵੇਲੇ ਸਲਾਮ ਹੈ। ਤੇ ਅੱਜ ਦਾ ਜਿਹੜਾ ਵਿਸ਼ਾ ਸੀ ਪਸ਼ੂਆਂ ਵਿੱਚ ਥਨੈਲਾ ਰੋਗ ਅਤੇ ਲੰਗੜਾਪਨ, ਜਿਸ ਮੁਤਲਕ ਜੋ ਮੁੱਖ ਪੁਆਇੰਟਸ ਰਹੇ ਨੇ, ਉਸ ਉੱਤੇ ਮੁੜ ਤੋਂ ਝਾਤ ਪਾਉਂਦੇ ਹਾਂ। ਅੱਜ ਦੇ ਅਸੀਸ ਡੇਅਰੀ ਫਾਰਮ ਹੈਲਪਲਾਈਨ ਪ੍ਰੋਗਰਾਮ ਵਿੱਚ ਇੰਨਾ ਹੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ। ਤੇ ਅਗਲੇ ਹਫਤੇ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਅੱਜ ਦੀ ਬੱਚੀ ਕੱਲ ਦੀ ਗਾਂ। ਇਸ ਮੁਤਲਕ ਜੋ ਵੀ ਤੁਹਾਡੇ ਸਵਾਲ ਨੇ, ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ, ਜੋ ਕਿ ਹੈ 8699037369, ਇਸ ਉੱਤੇ ਮਿਸਡ ਕਾਲ ਕਰਨੀ ਜਾਂ WhatsApp ਕਰਨਾ ਨਾ ਭੁੱਲਿਓ।
ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਇਸ ਮੁਤਲਕ ਜੋ ਵੀ ਤੁਹਾਡੇ ਸਵਾਲ ਨੇ ਉਹ ਜਾਣੇਗੀ। ਅਗਲੇ ਹਫਤੇ ਵੀ ਵੇਖਣਾ ਨਾ ਭੁੱਲਿਓ ਅਸੀਸ ਡੇਅਰੀ ਫਾਰਮ ਹੈਲਪਲਾਈਨ ਪਾਵਰਡ ਬਾय KSA ਸਟ੍ਰॉ ਰੀਪਰ, ਅ ਪ੍ਰੋਡਕਟ ਆਫ KS ਗਰੁੱਪ ਮਲੇਰਕੋਟਲਾ। ਫਿਰ ਹੋਵੇਗੀ ਮੁਲਾਕਾਤ। ਰੱਬ ਰੱਖਾ।